Hello everyone, welcome to Dreams Achiever YouTube channel, and today we are discussing about the read alouds in PTE. Okay, PTE ਵੀ ਇੱਕ ਰਾਜੀ ਕੀ ਆ ਪੀਅਰਸਨ ਟੈਸਟ ਆ ਜੋ ਕੰਪਿਊਟਰ ਬੇਸਡ ਟੈਸਟ ਹੁੰਦਾ। ਇਹਦੇ ਵਿੱਚ ਵੀ ਆਲਸ ਦੀ ਤਰ੍ਹਾਂ ਆਪਣੇ ਕੋਲ 4 ਮੋਡਿਊਲ ਹੁੰਦੇ ਨੇ, ਰਾਈਟਿੰਗ, ਰੀਡਿੰਗ, ਸਪੀਕਿੰਗ ਐਂਡ ਲਿਸਨਿੰਗ। ਐਂਡ ਅੱਜ ਆਪਾਂ ਰੀਡ ਅਲਾਊਡ ਜਿਹੜੀ ਇੱਕ ਫਾਰਮ ਹੁੰਦੀ ਆ ਤੁਹਾਨੂੰ ਰਾਜੀ ਕੀ ਪੀਟੀ ਦੇ ਵਿੱਚ ਆਉਂਦੀ ਆ, ਇਹਦੇ ਬਾਰੇ ਆਪਾਂ ਰਾਜੀ ਕੀ ਡਿਸਕਸ ਕਰਦੇ ਹਾਂ ਕਿ ਕੀ ਹੁੰਦੇ ਨੇ ਰੀਡ ਅਲਾਊਡ। ਰੀਡ ਅਲਾਊਡ ਦੇ ਵਿੱਚ ਕੀ ਹੁੰਦਾ ਰਾਜੀ 5 ਤੋਂ 6 ਸੈਂਟੈਂਸਸ ਤੁਹਾਨੂੰ ਕੀ ਆਉਂਦੇ ਨੇ, ਉਹਨਾਂ ਦੇ ਉੱਪਰ ਰਾਜੀ ਕਿ ਤੁਸੀਂ ਉੱਚੀ ਆਵਾਜ਼ ਦੇ ਵਿੱਚ, ਸਪੀਡ ਦੇ ਵਿੱਚ ਨਹੀਂ, ਜ਼ਿਆਦਾ ਤੇਜ਼ ਸਪੀਡ ਦੇ ਨਹੀਂ, ਉੱਚੀ ਕੀ ਆ ਰਾਜੀ ਤੁਸੀਂ ਕਲੀਅਰਲੀ ਅਕੋਰਡਿੰਗ ਟੂ ਪ੍ਰੋਨਾਂਸੀਏਸ਼ਨ, ਅਕੋਰਡਿੰਗ ਟੂ ਫਲੂਐਂਸੀ, ਅਕੋਰਡਿੰਗ ਟੂ ਪ੍ਰੈਪੋਜੀਸ਼ਨਸ, ਅਕੋਰਡਿੰਗ ਟੂ ਕੰਜੈਕਸ਼ਨਸ ਐਂਡ ਅਕੋਰਡਿੰਗ ਟੂ ਪੰਕਚੁਏਸ਼ਨ ਤੁਸੀਂ ਉਹਨੂੰ ਐਕਸਪਲੇਨ ਕਰਨਾ ਹੈ। ਠੀਕ ਹੈ ਰਾਜੀ। Okay, and most of the students have questions like how we can sharp read louds, okay, how we can explain appropriately, how we can achieve appropriate score from read loud. Clear Aji? Okay, today we will learn about each and everything about related to the read loud. Go in class. Thank you. Okay students, today we will pay attention towards read loud. Okay Raji, read aloud ਜਿਹੜੀ Raji ਕੀ ਤੁਹਾਨੂੰ ਆਉਂਦੀ ਹੈ ਤੁਹਾਡੀ ਪੀਟੀ ਐਗਜ਼ਾਮ ਦੇ ਵਿੱਚ। ਮੋਸਟ ਆਫ ਦੇ ਬੱਚਿਆਂ ਦੇ ਕੋਲ ਦੀ ਇਹਦੇ ਵਿੱਚ ਪ੍ਰੋਬਲਮ ਹੁੰਦੀ ਆ, ਲਾਈਕ ਪ੍ਰੋਬਲਮ ਨਹੀਂ ਹੁੰਦੀ, ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਰੀਡ ਅਲਾਊਡ ਆਪਾਂ ਕਰਨਾ ਹੀ ਕਿੱਦਾਂ। ਠੀਕ ਹੈ, ਰੀਡ ਅਲਾਊਡ ਕਹਿੰਦੇ ਨੇ। ਮੋਸਟ ਆਫ ਦੇ ਬੱਚੇ ਸਮਝਦੇ ਕਿ ਇਹਨੂੰ ਜੇ ਆਪਾਂ ਫਾਸਟਲੀ ਸਪੀਕ ਕਰ ਦਿੰਦੇ ਆ ਜਾਂ ਤੇਜ਼ੀ ਦੇ ਨਾਲ ਸਪੀਕ ਕਰ ਦਿੰਦੇ ਆ ਤਾਂ ਆਪਣੇ ਰੀਡ ਅਲਾਊਡ ਦੇ ਵਿੱਚ ਸਕੋਰ ਬੈਟਰ ਹੋਊਗਾ। 5 ਤੋਂ 7 ਸੈਂਟੈਂਸਸ ਆਪਾਂ ਨੂੰ ਆਉਂਦੇ ਨੇ ਇਹਦੇ ਵਿੱਚ। ਠੀਕ ਹੈ, ਰੀਡ ਅਲਾਊਡ ਦੇ ਵਿੱਚ 5 ਤੋਂ 7 ਕੁਐਸਚਨਸ ਆਉਂਦੇ ਨੇ। ਓਕੇ, ਆਪਾਂ ਰਾਜੀ ਕੀ ਆ ਉਹਦੇ ਵਿੱਚ ਤੁਹਾਡੇ ਸਕੋਰ ਕਾਹਦੇ ਚ ਜਾਂਦੇ ਆ ਦੇ ਰੀਡਿੰਗ ਦੇ ਵਿੱਚ and speaking. Okay, ठीक है राजे, ਜਦੋਂ ਤੁਸੀਂ read loud ਕਰਨਾ, if you have the ability in order to explain read loud questions according to punctuations, according to conjunctions, according to pronouns like that WHO words, then you have a appropriate ability in order to show your fluency, in order to show their quality front of computer. ਦੋ ਚੀਜ਼ਾਂ ਰਾਜੇ ਦੇਖੋ, ਆਲਸ ਆਪਾਂ ਕਰਦੇ ਆ, ਆਲਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਐਗਜ਼ਾਮੀਨਰ ਫਰੰਟ ਤੇ ਬੈਠਾ ਹੁੰਦਾ, ਐਗਜ਼ਾਮੀਨਰ ਨੇ ਜੱਜ ਕਰਨਾ ਹੁੰਦਾ। ਠੀਕ ਹੈ, ਪੀਟੀ ਆਪਾਂ ਕਰ ਰਹੇ ਹਾਂ, ਪੀਟੀ ਦੇ ਵਿੱਚ ਕੀ ਹੈ ਕਿ ਕੰਪਿਊਟਰ ਨੇ ਆਪਾਂ ਨੂੰ ਜੱਜ ਕਰਨਾ। ਕੰਪਿਊਟਰ ਜੱਜ ਆਪਾਂ ਨੂੰ ਤਾਂ ਹੀ ਕਰ ਪਾਊਗਾ ਜੇਕਰ ਆਪਾਂ ਨੂੰ ਐਪਰੋਪ੍ਰੀਏਟਲੀ ਐਕਸਪਲੇਨ ਕਰ ਪਾਵਾਂਗੇ। ਐਪਰੋਪ੍ਰੀਏਟਲੀ ਕੋਈ ਵੀ ਚੀਜ਼ ਕਰੇ ਕੀ ਐਕਸਪਲੇਨ ਉਦੋਂ ਹੁੰਦੀ ਆ ਜਦੋਂ ਆਪਾਂ ਅਕੋਰਡਿੰਗ ਟੂ ਰੂਲ ਐਂਡ ਰੈਗੂਲੇਸ਼ਨਸ ਚੱਲਦੇ। ਰੀਡਿੰਗ ਰਾਜੇ ਆਪਾਂ ਸੈਂਟੈਂਸਸ ਰੀਡ ਦੇਖੇ ਹੁੰਦੇ ਨੇ ਨਾ, ਲਿਖੇ ਹੋਏ ਸੈਂਟੈਂਸਸ ਆਉਂਦੇ ਨੇ। ਸੈਂਟੈਂਸਸ ਨੂੰ ਆਪਾਂ ਜਦੋਂ ਪੜ੍ਹਦੇ ਹਾਂ, ਜੇ ਆਪਾਂ ਕੰਟੀਨਿਊਸਲੀ ਪੜ੍ਹਦੇ ਜਾ ਰਹੇ ਹਾਂ, ਆਪਾਂ ਕੋਈ ਵੀ ਰਾਜੇ ਉਹਦੇ ਚ ਕੀ ਹੁੰਦਾ ਹੈ ਪੰਕਚੁਏਸ਼ਨ ਨੂੰ ਆਪਾਂ ਨਹੀਂ ਯੂਜ਼ ਕਰਦੇ। ਫੋਰ ਐਗਜ਼ਾਮਪਲ ਜਿਵੇਂ ਕਿ ਫੁੱਲ ਸਟਾਪ ਹੋ ਗਿਆ ਰਾਜੇ, ਕਮਾ ਹੋ ਗਿਆ, ਸੈਮੀਕੋਲਨ ਹੋ ਗਏ, ਕਾਲਨ ਹੋ ਗਏ, ਇੱਕ ਰਾਜੀ ਕੀ ਦੈਟ ਵਗੈਰਾ ਜਿੰਨੇ ਤੁਹਾਨੂੰ ਕੀ ਆਉਂਦੇ ਨੇ, ਜੇ ਆਪਾਂ ਇਹਨਾਂ ਦੇ ਅਕੋਰਡਿੰਗ ਨਹੀਂ ਪੜ੍ਹਦੇ ਦੈਨ ਆਪਾਂ ਨੂੰ ਉਹ ਸੈਂਸ ਨਹੀਂ ਪਤਾ ਲੱਗਦੀ। ਆਪਾਂ ਕਿਸੇ ਪਰਸਨ ਨੂੰ ਐਕਸਪਲੇਨ ਕਰ ਰਹੇ ਹਾਂ, ਉਹ ਸੈਂਸ ਨਹੀਂ ਪਤਾ ਲੱਗਦਾ। ਠੀਕ ਹੈ ਰਾਜੀ। ਜਿਵੇਂ ਕਿ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ ਮੈਂ ਇੱਕ ਸੈਂਟੈਂਸ ਸਪੀਡ ਵਾਲੇ ਬੋਲ ਕੇ ਦੱਸਦਾ ਤੁਹਾਨੂੰ ਚੀਜ਼ਾਂ ਦੀ ਕਲੈਰਿਟੀ ਹੋਊਗੀ। ਓਕੇ, ਜੇ ਮੈਂ ਸਮਝਾਂਗਾ ਆਈ ਵਾਂਟ ਟੂ ਕੰਪਲੀਟ ਮਾਈ ਫਰਦਰ ਸਟੱਡੀ ਇਨ ਦਿਸ ਸਟਰੀਮ ਬਿਕੋਜ਼ ਆਈ ਹੈਵ ਇੰਟਰਸਟਡ ਇਨ ਦਿਸ, ਮੈਂ ਕੰਟੀਨਿਊਸਲੀ ਬੋਲ ਰਿਹਾ ਜੀ ਮੈਂ ਫਾਹਾ ਵੱਢਿਆ ਕਿ ਮੈਂ ਆਪਣੀ ਸਟੱਡੀ ਕੰਪਲੀਟ ਕਰਨਾ ਚਾਹੁੰਦਾ ਕਿਉਂਕਿ ਮੇਰੇ ਚ ਇੰਟਰਸਟਡ ਆ। ਹੁਣ ਇੱਕ ਰਾਜੀ ਉੱਥੇ ਹੁਣ ਆਵਾਜ਼ ਜਿਹੜੀ ਟੋਨ ਹੁੰਦੀ ਨਾ ਤੁਹਾਡੀ, ਉਸ ਟੋਨ ਨੂੰ, ਪਿਚ ਨੂੰ ਅਕੋਰਡਿੰਗ ਟੂ ਆਪਾਂ ਪੰਕਚੁਏਸ਼ਨਸ ਕੰਪਲੀਟ ਕਰਦੇ। ਹੁਣ ਇੱਥੇ ਆਪਾਂ ਇੱਕ ਸੈਂਟੈਂਸ ਹੁੰਦਾ ਆਈ ਵਾਂਟ ਟੂ ਕੰਪਲੀਟ ਮਾਈ ਫਰਦਰ ਸਟੱਡੀ ਇਨ ਦਿਸ ਸਟਰੀਮ, ਇੱਥੇ ਕਾਮਾ ਵਿਸ਼ਰਾਮ ਚਿੰਨ੍ਹ ਆ ਰਿਹਾ ਜੀ, ਤੁਸੀਂ ਇੱਥੇ ਲਿਟਲ ਬਿਟ ਪੌਜ਼ ਲਾਓ ਥੋੜੀ ਸਪੀਡ ਵਿੱਚ। ਹੁਣ ਮੈਂ ਬੋਲਦਾ I want to complete my further study in this stream because, ਹੁਣ because ਆ ਗਿਆ ਰਾਜੇ, ਕੰਜੰਕਸ਼ਨ ਆ because ਹੈ, ਕਿਉਂਕਿ ਇੱਥੇ ਮੈਂ ਕਿਹਾ because ਨੂੰ ਲੈਂਥੀ ਦਿੱਤੀ ਆ, because I am natural fascination in this stream. Clear ਰਾਜੇ? According to preposition, according to conjunctions, according to connectors and according to punctuations, if you explain in read loud, definitely you will achieve appropriate score. ਜੇਕਰ ਜੇ ਫਾਹਾ ਵੱਢੋਗੇ ਤਾਂ ਦਿਨ ਰਾਜੀ ਕੀ ਤੁਹਾਡਾ ਉਹ ਫਾਹਾ ਹੀ ਵੱਢਿਆ ਜਾਏਗਾ। ਫੋਕਸ ਕਰਨਾ ਰਾਜੀ, ਜੋ ਤੁਸੀਂ ਰੀਡ ਲਾਊਡ ਕਰ ਰਹੇ ਹੋ, ਕੋਈ ਕੌਮਾ ਆ ਰਿਹਾ, ਕੋਈ ਫੁੱਲ ਸਟਾਪ ਆ ਰਿਹਾ, ਕੋਈ ਰਾਜੀ ਕੰਜੰਕਸ਼ਨ ਆ ਰਹੀ ਆ, ਕੋਈ ਪ੍ਰੈਪੋਜੀਸ਼ਨ ਆ ਰਹੀ ਆ, ਉਹਨਾਂ ਤੇ ਆਪਾਂ ਜਿਹੜੀ ਰੀਡ ਲਾਊਡ ਦੀ ਆਪਣੀ ਆਵਾਜ਼ ਆ, ਜਿਹੜੀ ਪਿਚ ਆ, ਉਹਨੂੰ ਅਪਸ ਐਂਡ ਡਾਊਨਸ ਕਰਾਂਗੇ। ਜਦੋਂ ਆਪਾਂ ਅਪਸ ਐਂਡ ਡਾਊਨਸ ਕਰਦੇ ਆ ਅਕੋਰਡਿੰਗ ਟੂ ਰਾਜੀ ਕੌਮਾ ਆਪਾਂ ਸਟਾਪ ਲੈਂਦੇ ਆ, ਅਕੋਰਡਿੰਗ ਟੂ ਆਪਾਂ ਦੈਟ ਰਾਜੀ ਕੀ ਆ ਉੱਥੇ ਆਪਣਾ ਵਰਡਸ ਨੂੰ ਐਕਸੀਡ ਕਰਦੇ ਆ ਜਾਂ ਵੌਇਸ ਨੂੰ ਅਪ ਐਂਡ ਡਾਊਨ ਕਰਦੇ ਆ, ਪਿਚ ਅਪ ਐਂਡ ਡਾਊਨ ਕਰਦੇ ਆ, ਤੁਹਾਡਾ ਜੀ ਕੰਪਿਊਟਰ ਕੈਚ ਅਪ ਕਰਦਾ ਕਿ ਇਹ ਪਰਸਨ ਕੋਲ ਗ੍ਰਾਮਰ ਐਰਰ ਨਹੀਂ ਹੈਗਾ, ਪਰਸਨ ਅਕੋਰਡਿੰਗ ਟੂ ਪੰਕਚੁਏਸ਼ਨ, ਅਕੋਰਡਿੰਗ ਟੂ ਪ੍ਰੈਪੋਜੀਸ਼ਨ ਐਪਰੋਪ੍ਰੀਏਟਲੀ ਐਕਸਪਲੇਨ ਕਰਦਾ। ਠੀਕ ਹੈ, ਕੰਪਿਊਟਰ ਨੂੰ ਵੀ ਪਤਾ ਲੱਗੇਗਾ ਹੁਣ ਇੱਥੇ ਵਿਸ਼ਰਾਮ ਚਿੰਨ੍ਹ ਆ ਗਿਆ, ਆਹ ਲਾਈਨ ਕੰਪਲੀਟ ਹੋ ਗਈ, ਹੁਣ ਆਹ ਲਾਈਨ ਬੱਚਾ ਬੋਲ ਰਿਹਾ, ਆਹ ਲਾਈਨ ਚੱਲ ਰਹੀ।
ਉਹਨੂੰ ਆਟੋਮੈਟਿਕਲੀ ਕਲੀਅਰ ਹੋਏਗੀ। ਜੇਕਰ ਤੁਸੀਂ ਫਾਹਾ ਵੱਢੋਗੇ ਰਾਜੇ, ਜੇਕਰ ਤੁਸੀਂ ਸਪੀਡ ਦੇ ਵਿੱਚ ਐਕਸਪਲੇਨ ਕਰੋਗੇ, ਤੁਹਾਡੇ ਰੀਡ ਲਾਉਡ ਦਾ ਸਕੋਰ ਐਪਰੋਪਰੀਏਟ ਨਹੀਂ ਆਉਣਗੇ। ਕਲੀਅਰ? ਤੇ ਰੀਡ ਲਾਉਡ ਰਾਜੇ ਕੀ ਆ, ਬਹੁਤ ਜ਼ਿਆਦਾ ਇਫੈਕਟਿਵ ਮੰਨਿਆ ਜਾਂਦਾ ਤੁਹਾਡੀ ਪੀਟੀ ਦੇ ਵਿੱਚ। ਪੀਟੀ ਦੇ ਵਿੱਚ ਰਾਜੇ ਬੈਸਟ ਚੀਜ਼ ਆ, ਜਿਵੇਂ ਆਪਾਂ ਰਾਜੇ ਕੁਝ ਐਗਜ਼ਾਮਪਲਸ ਕਰਕੇ ਦੇਖਦੇ ਹਾਂ ਰੀਡ ਲਾਉਡ ਦੀਆਂ। ਓਕੇ, ਤੁਹਾਨੂੰ ਰੀਡ ਕਰਕੇ ਦੱਸਦੇ ਰਹੇ, ਤੁਹਾਨੂੰ ਇਸ ਚੀਜ਼ ਤੋਂ ਕਲੈਰਿਟੀ ਹੋਊਗੀ ਅਸੀਂ ਰੀਡ ਅਲਾਉਡ ਕਰਨੀ ਹੈ। ਕਲੀਅਰ ਆ? ਹੁਣ ਆਪਾਂ 2 ਵਾਰ ਰੀਡ ਕਰਕੇ ਦੇਖਾਂਗੇ, 2 ਵਾਰੀ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ ਸੈਂਸ ਕੀ ਹੈ ਰਾਜੇ ਕਿਸੇ ਚੀਜ਼ ਨੂੰ ਪੜ੍ਹਨ ਦਾ। ਆਪਾਂ ਹੁਣ ਇਹਨੂੰ ਪੜ੍ਹ ਕੇ ਰਾਜੇ ਤੁਹਾਡੇ ਸਕਰੀਨ ਤੇ ਆਏਗਾ। ਓਕੇ, ਐਂਡ ਤੁਸੀਂ ਰਾਜੇ ਨੂੰ ਪੜ੍ਹਨਾ ਹੈ, ਤੁਸੀਂ ਅਕੋਰਡਿੰਗ ਟੂ ਜਿੰਨੀ ਤੁਹਾਡੀ ਕੈਪੇਬਿਲਿਟੀ ਆ, ਜਿੰਨੀ ਤੁਹਾਡੀ ਪਾਵਰ ਆ, ਜਿੰਨੇ ਤੁਹਾਨੂੰ ਪੰਕਚੁਏਸ਼ਨ ਦੀ ਸਮਝ ਆਉਂਦੀ ਹੈ, ਜਿੰਨੇ ਤੁਹਾਡੀ ਕੀ ਆ ਫਲੂਐਂਸੀ, ਉਹਦੇ ਅਕੋਰਡਿੰਗ ਤੁਸੀਂ ਪੜ੍ਹਨਾ। ਜਿੰਨੀ ਵਧੀਆ ਤੁਸੀਂ ਫਲੂਐਂਸੀ ਦੇ ਚੈਨਲ ਐਕਸਪਲੇਨ ਕਰੋਗੇ, ਉਨਾ ਵਧੀਆ ਤੁਹਾਡਾ ਸਕੋਰ ਆਏਗਾ। ਠੀਕ ਹੈ ਜੀ, ਸਟਾਰਟ। Take a walk down the street and count the number of advertisements you see. With so many brands and companies competing for your attention, advertisers have to say out harder and than ever. One popular method of engaging consumers is by holding competition where consumers come up with their own commercial or slogans. Okay, ਦੇਖੋ ਰਾਜੇ ਇਹਨਾਂ ਨੇ ਹੁਣ ਰੀਡ ਕੀਤਾ ਹੈਗਾ, ਆਪਾਂ ਨੂੰ ਜ਼ਰੂਰਤ ਸੀ ਇੱਥੇ ਵੀ ਪੌਜ਼ ਲੈਣ ਦੀ। ਇੱਕ ਵਾਰ ਦੇ ਵਿੱਚ ਸਪੀਡ ਵਿੱਚ ਐਕਸਪਲੇਨ ਕਰਤਾ, ਇੱਕ ਵਾਰ ਸਪੀਡ ਵਿੱਚ ਐਕਸਪਲੇਨ ਹੋ ਗਿਆ ਰਾਜੇ। ਇਹਦੇ 'ਚ ਕੰਪਿਊਟਰ ਨੂੰ ਨਹੀਂ ਸਮਝ ਆਏਗਾ ਕਿ ਇੱਥੇ ਮੈਂ ਇਨ ਪੌਜ਼ ਇੱਥੇ ਜੀ ਪੰਕਚੁਏਸ਼ਨ ਜਾਂ ਸੌਰੀ ਇੱਥੇ ਕੰਜੰਕਸ਼ਨ ਯੂਜ਼ ਹੋ ਰਹੀ ਆ, ਕੰਪਿਊਟਰ ਨੂੰ ਨਹੀਂ ਸਮਝ ਆਏਗਾ। ਦੈਨ ਰਾਜੇ ਕਿਤੇ ਫੁੱਲ ਸਟਾਪ ਆਇਆ, ਕੰਪਿਊਟਰ ਨਹੀਂ ਸਮਝੇਗਾ। ਕੰਪਿਊਟਰ ਇਹ ਵਿਦ ਨੂੰ ਸੀ ਦੇ ਨਾਲ ਜੋੜੇਗਾ। ਜੇ ਸੀ ਦੇ ਨਾਲ ਵਿਦ ਜੁੜ ਗਿਆ ਰਾਜੇ, ਲਾਈਨ ਦੀ ਕੀ ਹੈ ਮੀਨਿੰਗ ਹੋਰ ਨਿਕਲ ਜਾਏਗਾ। ਜੇ ਮੀਨਿੰਗ ਹੋਰ ਨਿਕਲ ਗਿਆ ਰਾਜੇ, ਆਟੋਮੈਟਿਕਲੀ ਤੁਹਾਡਾ ਸਕੋਰ ਵੀ ਘਟੇਗਾ। ਕਲੀਅਰ ਹੈ ਜੀ? ਇਸ ਤੋਂ ਬਾਅਦ ਕੰਟੀਨਿਊਸਲੀ ਚੱਲ ਰਹੇ ਆ, ਆਪਣਾ ਇੱਥੇ ਪੌਜ਼ ਬੰਦਾ ਸੀ ਰਾਜੇ ਲਿਟਲ ਬਿਟ। ਓਕੇ, ਐਂਡ ਰਾਜੇ ਉਸ ਤੋਂ ਬਾਅਦ ਆਪਾਂ ਪੜ ਰਹੇ ਹਾਂ ਫॉर ਪੜ ਰਹੇ ਹਾਂ ਰਾਜੇ, ਅਟੈਂਸ਼ਨ ਆ ਰਿਹਾ, ਕੌਮਾ ਆ ਰਿਹਾ। ਠੀਕ ਹੈ, ਕੌਮੇ ਦੇ ਨਾਲ ਆਪਣਾ ਪੌਜ਼ ਹੋਣਾ ਜ਼ਰੂਰੀ ਸੀਗਾ। ਓਕੇ, ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਹੈਵ ਟੂ ਵਰਕ ਹਾਰਡਰ ਦੈਨ ਐਵਰ। ਜੋ ਆਪਾਂ ਕੰਪੈਰੀਜ਼ਨ ਕਰ ਰਹੇ ਹਾਂ ਰਾਜੇ, ਉਸ ਤੇ ਆਪਣਾ ਪ੍ਰੋਨਾਂਸੀਏਸ਼ਨ ਰਾਜੇ ਸਹੀ ਹੋਣੀ ਚਾਹੀਦੀ, ਆਪਣੀ ਵੌਇਸ ਟੋਨ ਸਹੀ ਹੋਣੀ ਚਾਹੀਦੀ ਆ, ਆਪਣੀ ਫਲੂਐਂਸੀ ਸਹੀ ਹੋਣੀ ਚਾਹੀਦੀ ਆ। ਦੈਨ ਰਾਜੇ ਇੱਥੇ ਫਿਰ ਆਪਣਾ ਪੌਜ਼ ਹੋਣਾ ਚਾਹੀਦਾ ਸੀ। ਜੇ ਤਾਂ ਪੌਜ਼ ਨਹੀਂ ਲਵਾਂਗੇ, ਜਿਹੜਾ ਐਵਰ ਕਿਹਦੇ ਨਾਲ ਜੁੜੇਗਾ ਰਾਜੇ, 1 ਨੂੰ ਐਵਰ ਦੇ ਨਾਲ ਜੋੜਤਾ, ਲਾਈਨ ਦੀ ਸੈਂਸ ਚੇਂਜ ਹੋ ਜਾਏਗੀ। ਜੇ ਲਾਈਨ ਦੀ ਸੈਂਸ ਚੇਂਜ ਹੋਗੀ ਤਾਂ ਦੈਨ ਰਾਜੇ ਤੁਹਾਡਾ ਸਕੋਰ ਵੀ ਡਿਟੈਕਟ ਹੋਏਗਾ। ਓਕੇ, ਉਸ ਤੋਂ ਬਾਅਦ ਵਨ ਪਪੂਲਰ ਮੈਥਡ ਆਫ engaging consumer is by holding competitions where, ਹੁਣ ਰਾਜੇ where WHO ਵਰਡ ਆ ਗਿਆ। ਓਕੇ, WHO ਵਰਡਸ ਤੇ ਰਾਜੇ ਕੀ ਆ ਤੁਹਾਡਾ ਪੌਜ਼ ਹੋਣਾ ਜ਼ਰੂਰੀ ਹੈ ਲਿਖਣ ਵਿੱਚ। ਹੁਣ ਲੈਂਥ ਰਾਜੇ ਖਿੱਚਾਂਗੇ, ਆਪਾਂ ਕਲੀਅਰ ਕਰਾਂਗੇ। where consumers come up with their own commercial or slogans। ਹੁਣ और आ गया, ਇੱਥੇ ਆਪਣਾ ਪੌਜ਼ ਆ ਗਿਆ। ਨੈਕਸਟ ਐਗਜ਼ਾਮਪਲ ਆਪਾਂ ਹੁਣ ਚੈੱਕ ਕਰਦੇ ਹਾਂ ਰਾਜੇ। ਓਕੇ, ਸਟਾਰਟ ਅਗੇਨ। Take a walk down the street and count the number of advertisements you see. With so many brands and companies competing for your attention, advertisers have to work harder than ever. One popular method of engaging consumer is by holding competitions where consumers come up with their own commercials or slogans. ਠੀਕ ਹੈ ਰਾਜੇ, ਇਹਨੂੰ ਪੜਨਾ ਆਪਾਂ ਪ੍ਰੋਪਰ ਪੰਕਚੁਏਸ਼ਨਸ ਸ਼ੋ ਕਰਾਂਗੇ। ਹੁਣ ਲਈ ਆਪਾਂ ਫਿਰ ਮੇਰੇ ਕੋਲ ਪੜ੍ਹਦੇ ਹਾਂ। Take a walk down the street and count the number of advertisements you see. With so many brands and companies competing for your attention, advertisers have to work harder than ever. One popular method of engaging consumers is by holding competitions where consumers come up with their own commercials or slogans. ਆਪਾਂ ਪ੍ਰੋਪਰ ਰਾਜੀ ਪੰਕਚੁਏਸ਼ਨ ਸ਼ੋ ਕਰਾਂਗੇ। ਜਿੱਥੇ ਤੁਹਾਡਾ ਦੈਟ ਆ ਰਿਹਾ, ਵਿਚ ਆ ਰਿਹਾ, ਵੇਅਰ ਆ ਰਿਹਾ, ਜਿੱਥੇ ਤੁਹਾਡੇ WHO ਵਰਡਸ ਆ ਰਹੇ ਨੇ, ਉਸ ਵਰਡ ਨੂੰ ਆਪਾਂ ਲਿਟਲ ਬਿਟ ਐਕਸੀਡ ਕਰਾਂਗੇ, ਉਹਦੀ ਰਾਜੀ ਵੌਇਸ ਨੂੰ ਐਕਸੀਡ ਕਰਾਂਗੇ, ਐਜ਼ ਵੈਲ ਐਜ਼ ਆਪਾਂ ਉੱਥੇ ਟੋਨ ਨੂੰ ਚੇਂਜ ਕਰਾਂਗੇ ਜੀ, ਤਾਂ ਤੁਹਾਡਾ ਰੀਡ ਲਾਉਡ ਚੋਂ ਸਕੋਰ ਨਹੀਂ ਕਰੇਗਾ। ਕਲੀਅਰ ਹੈ ਜੀ? ਠੀਕ ਹੈ ਜੀ। ਅਨਵਾਂਟਡ ਪੌਜ਼ ਬਾਰੇ ਕੁਝ ਕਹਿ ਰਹੇ ਸੀ ਤੁਸੀਂ। ਕਈ ਵਾਰ ਜੀ ਕਿ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਪੌਜ਼ਸ ਤਾਂ ਕਹਿਤਾ ਕਿ ਲਿਟਲ ਬਿਟ ਆਪਾਂ ਪੌਜ਼ਸ ਲੈਣੇ ਆ। ਕਈ ਵਾਰ ਬੱਚੇ ਨੇ ਜਿਹੜਾ ਅਨਵਾਂਟਡ ਪੌਜ਼ਸ ਲੈਂਦੇ ਆ, ਮੀਨਿੰਗ ਕਿ ਜਿਨ੍ਹਾਂ ਦੀ ਜ਼ਰੂਰਤ ਨਹੀਂ। ਓਕੇ ਰਾਜੇ, ਉਹ ਆਪਾਂ ਕਿੱਦਾਂ ਰਿਮੂਵ ਕਰਨੇ ਆ ਜਾਂ ਪਰ ਜੀ ਕਿੱਥੇ ਪੌਜ਼ ਲੈਣੀ ਆ, ਇਹ ਚੀਜ਼ ਤਾਂ ਰਾਜੇ ਫੋਕਸ ਨੂੰ ਮੈਂ ਪਹਿਲਾਂ ਹੀ ਕਲੈਰਿਟੀ ਦਿੱਤੀ ਆ। ਆਪਾਂ ਪੌਜ਼ ਲੈਣੇ ਨੇ ਜਿੱਥੇ ਵੀ WHO ਵਰਡਸ ਆਉਂਦੇ। ਓਕੇ, ਉੱਥੇ ਲਿਟਲ ਬਿਟ ਪੌਜ਼ ਆਏਗਾ। ਜਿੱਥੇ ਤੁਹਾਡੀ ਪੰਕਚੁਏਸ਼ਨਸ ਆਏਗੀ, ਪੰਕਚੁਏਸ਼ਨ ਮੀਨਿੰਗ ਕਿ ਰਾਜੇ ਖਾਮਾ ਹੋ ਗਿਆ, ਫੁੱਲ ਸਟਾਪ ਹੋ ਗਿਆ। ਠੀਕ ਹੈ, ਜਿਵੇਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਕੇ ਗਿਆ ਕਿ ਕੋਲਨ ਸੈਮੀਕੋਲਨ ਹੋ ਗਿਆ, ਕੋਲਨ ਹੋ ਗਿਆ, ਇਨਵਰਟਡ ਕੋਮੇ ਆ ਗਏ। ਜਿੱਥੇ ਤੁਹਾਡੀ ਪੰਕਚੁਏਸ਼ਨ ਆਏਗੀ ਉੱਥੇ ਤੁਹਾਡਾ ਪੌਜ਼ ਆਏਗਾ।
ਓਕੇ ਰਾਜੇ ਦੈਨ ਉਸ ਤੋਂ ਬਾਅਦ ਫੁੱਲ ਸਟਾਪ ਆ ਗਿਆ ਫੁੱਲ ਸਟਾਪ ਤੋਂ ਬਾਅਦ ਆਪਾਂ ਲਾਈਨ ਸਟਾਰਟ ਕਰ ਰਹੇ ਹਾਂ ਉੱਥੇ ਵੀ ਆਪਣਾ ਪੌਜ਼ ਆਏਗਾ ਫੁੱਲ ਸਟਾਪ ਤੋਂ ਬਾਅਦ ਥੋੜਾ ਕਨੈਕਟਰ ਲੱਗਿਆ ਹੁੰਦਾ ਜਿਵੇਂ ਐਕਚੁਅਲੀ ਆ ਗਿਆ ਨਾ ਐਕਚੁਅਲੀ ਉਸ ਤੋਂ ਬਾਅਦ ਆਪਾਂ ਲੇਟਰ ਬਿਟ ਪੌਜ਼ ਹੋਵਾਂਗੇ ਦੈਨ ਲਾਈਨ ਨੂੰ ਸਟਾਰਟ ਕਰਾਂਗੇ ਐਕਚੁਅਲੀ ਆਈ ਵਾਂਟ ਟੂ ਡੂ ਦਿਸ ਥੋੜਾ ਜਿਹੀ ਲਾਈਨ ਨਹੀਂ ਬਣਦੀ ਜਦੋਂ ਆਪਾਂ ਐਕਚੁਅਲੀ ਆਈ ਵਾਂਟ ਟੂ ਡੂ ਦਿਸ ਮੈਂ ਸਟਾਰਟ ਕਰਤਾ ਮੀਨਿੰਗ ਕਿ ਮੈਂ ਜਿਹੜੀ ਐਕਚੁਅਲ ਤੋਂ ਬਾਅਦ ਇੱਕ ਆਪਣੀ ਕਿਹੜੀ ਜਿਹੀ ਪੰਕਚੁਏਸ਼ਨ ਲੱਗੀ ਆ ਕੌਮਾ ਮੈਂ ਉਹਦਾ ਕੋਈ ਸੈਂਸ ਨਹੀਂ ਦਿੱਤੀ ਮੈਂ ਉਹਦਾ ਮੀਨਿੰਗ ਨੇ ਕੰਪਿਊਟਰ ਨੂੰ ਸ਼ੋ ਕੀਤਾ ਜੇਕਰ ਆਪਾਂ ਇਹ ਚੀਜ਼ ਨਹੀਂ ਸ਼ੋ ਕਰਾਂਗੇ ਡੈਫੀਨਿਟਲੀ ਵੀ ਵਿਲ ਨਾਟ ਕੈਪੇਬਲ ਇਨ ਆਰਡਰ ਟੂ ਅਚੀਵ ਐਪਰੋਪ੍ਰੀਏਟ ਸਕੋਰ ਫਰੋਮ ਰੀਡ ਅਲਾਉਡ ਕਲੀਅਰ ਹੈ ਜੀ ਹੁਣ ਆਪਾਂ ਇਸ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ ਕਿ ਅਨਵਾਂਟਡ ਪੌਜ਼ਸ ਕਿਹੜੇ ਹੁੰਦੇ ਕਲੀਅਰ ਓਕੇ ਸਟਾਰਟ One of the many things athletes and professional gamers have in common is that often play in teams. The teams called claims in the gamers language usually play tournaments together and practice against one another. Okay. देखो राजे हम अपन पढ़ना है फर्स्ट ऑफ ऑल आप देखिए वन ऑफ द मैनी थिंग्स एथलीट्स एंड ਹੁਣ ਜੀ ਦੇਖੋ ਇੱਕ ਆਪਾਂ ਉਹਨੂੰ ਵੀ ਪੜ੍ਹਦਾ ਕੰਟੀਨਿਊਸਲੀ ਪੜ੍ਹਦਾ ਨਹੀਂ ਉਹਨਾਂ ਪੜ੍ਹੇ ਕੰਟੀਨਿਊਸ ਦੇ ਵਿੱਚ वन ऑफ द मैनी थिंग्स एथलीट्स एंड प्रोफेशनल गेम्स ਹੁਣ ਜੀ ਗੇਮਰਸ ਲਾਈਕ ਕੰਟੀਨਿਊਸ ਦੇ ਆਪਾਂ ਚੀਜ਼ ਪੜ੍ਹ ਰਹੇ ਹਾਂ ਹੁਣ ਅਲੱਗ-ਅਲੱਗ ਪੜ੍ਹਦੇ ਹਾਂ वन ऑफ द मैनी थिंग्स एथलीट्स एंड प्रोफेशनल गेमर्स हैव ਹੁਣ ਜੀ ਇਹਨਾਂ ਨੂੰ ਆਪਾਂ ਅਲੱਗ-ਅਲੱਗ ਪੜ੍ਹਤਾ ਅਲੱਗ-ਅਲੱਗ ਸਮਝ ਆ ਰਹੀ ਹੈ ਅਲੱਗ-ਅਲੱਗ ਪਤਾ ਲੱਗ ਰਿਹਾ ਜੇ ਆਪਾਂ ਕੰਟੀਨਿਊਸਲੀ ਪੜ੍ਹ ਕੇ ਨਹੀਂ ਪਤਾ ਲੱਗੇਗਾ ਸਪੀਡ ਦੇ ਵਿੱਚ ਪੜ੍ਹ ਕੇ ਨਹੀਂ ਪਤਾ ਲੱਗੇਗਾ ठीक है okay one of the many things athletes and professional gamers have in common is that they often play in teams ਹੁਣ that ਤੇ ਅਗਰ ਆਪਾਂ ਕੀ ਕੀਤਾ ਸੀਗਾ length exceed ਕੀਤੀ word ਦੀ ਵੀ ਆਪਾਂ ਟੋਨ ਚੇਂਜ ਕੀਤੀ gamers have in common is that they often play in teams the teams called clans in a gamer's language usually play tournaments together and practice again and one another practice कर देंगे एक दूसरे नाल okay the gaming industry is what multi-billion dollars and gamers often get sponsored by gaming companies make your hobby ਹੁਣ ਜੇ ਮੈਂ ਇੱਥੇ ਪੌਜ਼ ਲਵਾਂ make your hobby into ਹੁਣ ਜੇ unwanted pause ਆਪਾਂ ਕਿਵੇਂ ਸ਼ੋ ਹੁੰਦੇ ਨੇ make your hobby into your okay business ਆਣਾ ਮੈਂ ਇੱਥੇ ਪੌਜ਼ ਲੈ ਲਾ unwanted pause ਕਿਵੇਂ ਕਿ make your hobby into your business someone said in the past when मैं someone ਤੋਂ ਬਾਅਦ pause ਲਵਾਂ ਇੱਥੇ pause ਮੇਰਾ ਬਣਦਾ No. ਨਹੀਂ ਬਣਦਾ ਕਿਉਂ ਨਹੀਂ ਬਣਦਾ ਅਗਰ ਰੀਜ਼ਨ ਕੀ ਆ ਕੋਈ ਪੰਕਚੁਏਸ਼ਨ ਹੈ ਨਹੀਂ ਕੋਈ ਕੰਜੰਕਸ਼ਨ ਹੈ ਨਹੀਂ ਕੰਜੰਕਸ਼ਨਸ ਕੀ ਹੁੰਦੇ ਨੇ ਰਾਜੀ ਕੰਜੰਕਸ਼ਨਸ ਕਲੀਅਰ ਹੈ those words which put contribution in order to connect both sentences with each other for example ਰਾਜੀ ਕੀ ਆ ਜਿਵੇਂ end ਆ ਗਿਆ this is also a conjunction okay जेगा बोल रहा थी मैं इस जगह पर लिखा बोलता रहते one of the many things ਇੱਥੇ ਮੈਂ ਪੌਜ਼ ਲੈ ਰਿਹਾ one of the many things athlete ਹੁਣ ਇੱਥੇ ਪੌਜ਼ ਨਹੀਂ ਆਏਗਾ ਕਿਉਂਕਿ ਇੱਥੇ ਜਗ੍ਹਾ ਪੌਜ਼ ਆਏਗਾ ਕਿੱਥੇ ਪੌਜ਼ ਆਏਗਾ ਜਿੱਥੇ ਮੇਰਾ ਕੰਜੰਕਸ਼ਨ ਆ ਰੀਡ ਅਲਾਉਡ ਦੇ ਵਿੱਚ ਰਾਜੀ ਕਿਹਾ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਤੁਸੀਂ ਜਦ ਵੀ ਐਕਸਪਲੇਨ ਕਰ ਰਹੇ ਹੋ ਤੁਸੀਂ ਆਪਣੀ ਪੰਕਚੁਏਸ਼ਨ ਜੋ ਵੀ ਤੁਹਾਨੂੰ ਦਿੱਤੀ ਹੋਈ ਰਾਜੇ ਉਹਨੂੰ ਸ਼ੋ ਕਰੋਗੇ ਅਕੋਰਡਿੰਗ ਟੂ ਪੰਕਚੁਏਸ਼ਨ ਅਕੋਰਡਿੰਗ ਟੂ ਕਨੈਕਟਰ ਤੁਸੀਂ ਉਹਨੂੰ ਐਕਸਪਲੇਨ ਕਰੋ ਕਲੀਅਰ ਹੈ ਜੀ ओके नेक्स्ट एग्जांपल ਤੁਹਾਡੇ ਤੋਂ ਦੇਖਦੇ ਰਹੇ ਤੁਸੀਂ ਐਕਸਪਲੇਨ ਕਰੋਗੇ ਨੈਕਸਟ ਐਗਜ਼ਾਮਪਲ ਹਾਂਜੀ ਜਗਰ ਬੱਚੇ ਸਟਾਰਟ ਕਰੋ ਸਟਾਰਟ car manufacturer Hyundai thought they had a good idea organizing a contest where people could create their own commercials for Hyundai's newest and biggest vehicle, the Yacht. The company supplied video and sound clips and people could use computers to mix them. The contest accomplished its goal of promoting the model and it was a big success. Okay, next problem we have in order to pronounce the words. Right, one thing we always remember while we learn ਜੇਕਰ ਅੱਜ ਆਪਾਂ ਪੜ੍ਹ ਰਹੇ ਹਾਂ ਕੁਝ ਜਿਹੜੇ ਵਰਡਸ ਨੇ ਲੈਂਥੀ ਨੇ ਜਾਂ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਮੇਰੇ ਤੋਂ ਬੋਲੇ ਨਹੀਂ ਹੈ ਨਾ ਉਸ ਜਗ੍ਹਾ ਤੇ ਆਪਾਂ ਇੱਕ ਟ੍ਰਿਕ ਯੂਜ਼ ਕਰਾਂਗੇ ਕਿ ਜਦੋਂ ਹੁਣ ਮੰਨ ਲਓ ਆਪਾਂ ਆਪਣਾ ਸਬਜੈਕਟ ਕਾਰ ਤੋਂ ਸਟਾਰਟ ਹੋ ਰਿਹਾ ਆਪਾਂ ਨੂੰ ਕਿਸੇ ਵਰਡ ਦੀ ਪ੍ਰੋਨਾਂਸੀਏਸ਼ਨ ਨਹੀਂ ਆ ਰਹੀ ਲਾਈਕ ਦੈਟ ਕਿ ਮੈਂ ਪੜ੍ਹ ਰਿਹਾ ਇਹਨੂੰ ਕਾਰ ਮੈਨੂਫੈਕਚਰਿੰਗ ਮੈਂ ਨਹੀਂ ਪੜ੍ਹ ਰਿਹਾ ਮੈਂ ਤੇ ਪੌਜ਼ ਲੈ ਰਿਹਾ ਇਹ ਪੌਜ਼ ਲੈਣ ਦੀ ਬਜਾਏ ਕਾਰ ਮੈਨੂਫੈਕਚਰਰਸ ਕਾਰ ਥੌਟ ਦੇ ਹੈਡ ਅ ਗੁੱਡ ਆਈਡੀਆ
मीनिंग जेडे वर्ड का तुहानूं पता लगे मेरे तो प्रोनाउंस नहीं होएगा, मेरी प्रोनाउंसिएशन सही नहीं रहेगी, मैं इत्थे जी क्या पॉज ले सकदा, मेरी फ्लुएंसी खराब होएगी, उस जगह ते तुसी एक सब्जेक्ट चक के ऐड कर दो। क्योंकि राजी की हुंदा इहदे च 80% थोड़ा क्या कंटेंट जाना हुंदा, 80% तुसी इहदे शो करना हुंदा कि एक दो वर्ड्स नूं तुसी सब्जेक्ट ऐड करता, कुछ रह गया भी फ्लुएंसी ना घटाई, होर वर्ड्स ऐड करके तां देन तुहाडा 80% राजी कंप्यूटर तो चला। क्लियर है जी। हुण रीड लाउड ਨੂੰ ਜੇਕਰ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਡੇਲੀ ਕੀ ਕਿਆ ਪੀਸੀ ਦੇ ਅੱਗੇ ਬੈਠ ਕੇ ਪੜ੍ਹਨਾ, ਇਹਦਾ ਤੁਸੀਂ ਰੀਡ ਲਾਉਡ ਸ਼ਾਰਪ ਕਰ ਸਕਦੇ ਹੋ, ਨਹੀਂ ਰਾਜੇ। ਬੁੱਕ ਚੱਕਿਆ ਕਰੋ, ਕੋਈ ਵੀ ਇੰਗਲਿਸ਼ ਲਿਟਰੇਚਰ ਦੇ ਵਿੱਚ ਜਿਹੜੀ ਵੀ ਬੁੱਕ ਹੈਗੀ ਆ ਤੁਹਾਨੂੰ ਲੱਗ ਰਹੀ ਹੈ ਸੌਖੀ ਆ ਰਹੀ, ਕੋਈ ਵੀ ਬੁੱਕ ਚੱਕ ਲਓ, ਉਹਦੇ ਅੱਧਾ ਪੌਣਾ ਘੰਟਾ ਨੂੰ ਪੜ੍ਹਿਆ ਕਰੋ। ਸਪੀਡ ਰੀਡਿੰਗ ਕਰਿਆ ਕਰੋ। ਸਪੀਡ ਰੀਡਿੰਗ ਦੇ ਆਲਸ ਵਾਲੇ ਬੱਚਿਆਂ ਨੂੰ ਕਮੈਂਟ ਕਰਦੇ ਹੁੰਦੇ ਆ, ਸਪੀਡ ਰੀਡਿੰਗ ਨਹੀਂ ਹੈਗਾ ਕਿ ਤੁਸੀਂ ਉਹਨੂੰ ਥੋੜਾ ਤੇਜ਼ ਪੜ੍ਹਨਾ ਅਕੋਰਡਿੰਗ ਟੂ ਪੰਕਚੁਏਸ਼ਨਸ ਰੀਡ ਕਰ, ठीक है। बुक चक्या करो जिहदे च पंक्चुएशनस ज़्यादा हो, जिहदे च कंजक्शनस ज़्यादा हो, बुक चक लिया करो, ਉਹਦੇ ਤੋਂ डेली 15 ਤੋਂ 20 मिनट लगाया करो, ਉਹਨੂੰ पढ़िया करो, ठीक है। ਆਟੋਮੈਟਿਕਲੀ ਰਹੇ ਇਕੱਲੇ ਬੈਠ ਜਾਓ, बुक ਚੱਕ ਲਓ, ਉੱਚੀ ਆਵਾਜ਼ ਦੇ ਵਿੱਚ ਪੜੋ, ਉਹਨੂੰ ਰੂਮ ਦੇ ਵਿੱਚ ਬੈਠੋ, ਉੱਚੀ ਆਵਾਜ਼ ਵਿੱਚ ਪੜੋ, ਡੈਫੀਨਿਟਲੀ ਯੂਅਰ ਸਕੋਰ ਵਿਲ ਬੀ ਅਪਰੋਪਰੀਏਟ ਇਨ ਰੀਡ ਲਾਉਡ। डेली राजी किया रूटीन बना लो, ਅਸੀਂ बुक ਦੇ 4 ਤੋਂ 5 पेज डेली पढ़ने आ, मतलब 15 ਤੋਂ 20 मिनट ਅਸੀਂ डेली लगाने आ, ਤੇ ਤੁਹਾਡਾ ਰੀਡ ਲਾਉਡ ਚ ਸਕੋਰ ਆਟੋਮੈਟਿਕਲੀ ਅਪ ਹੋ ਜਾਏਗਾ। ਕਲੀਅਰ, ਠੀਕ ਹੈ। ਜੇਕਰ ਤੁਹਾਡੇ ਕੋਲੇ ਬੁੱਕਸ ਨਹੀਂ ਹੈਗਾ, ਆਪਣੇ ਸਾਡੇ ਕੋਲ ਇਸ ਮਟੀਰੀਅਲ ਲੈ ਜਾ ਕਰੋ, ਰੀਡਿੰਗ ਦਾ ਮਟੀਰੀਅਲ ਲੈ ਜਾ ਕਰੋ, ਨਿਊਜ਼ਪੇਪਰ ਦਾ ਮਟੀਰੀਅਲ ਲੈ ਜਾ ਕਰੋ, ਆਪਣੇ ਕੋਲ ਬੁੱਕਸ ਉੱਪਰ ਪਈਆਂ ਨੇ, ਬੁੱਕਸ ਲੈ ਜਾਓ, ਉਹਦੇ ਤੋਂ ਰਾਜੇ ਕੰਟੈਂਟ ਪੜੋ, ਉਹਦੇ ਤੋਂ ਮਟੀਰੀਅਲ ਪੜੋ, ਤੁਹਾਡਾ ਰੀਡ ਲਾਉਡ ਸ਼ਾਰਪ। ਕਲੀਅਰ ਆ ਜੀ, ਓਕੇ, ਥੈਂਕ ਯੂ।